ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਆਪਾਂ ਜਿਹੜਾ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਕਿ ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਇਹ ਚਾਰ ਪਦਾਰਥ ਕਿਹੜੇ ਨੇ ਅਤੇ ਕਿਸ ਤਰ੍ਹਾਂ ਮਿਲਦੇ ਨੇ? ਇੱਕ ਗੁਰੂ ਕਾ ਵਾਕ ਹੁੰਦਾ ਹੈ ਮਾਰੂ ਸੋਲੇ ਰਾਗ ਦੇ ਅੰਦਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਚਾਰ ਪਦਾਰਥ ਲੈ ਜਗ ਜਨਮਿਆ। ਗੁਰੂ ਅਰਜਨ ਸਾਹਿਬ ਕਹਿੰਦੇ ਚਾਰ ਪਦਾਰਥ ਲੈ ਕੇ ਆਇਆ ਵਾ। ਚਾਰ ਪਦਾਰਥ ਲੈ ਜਗ ਜਨਮਿਆ, ਤੇ ਜਦ ਲੈ ਕੇ ਆਇਆ ਵਾ ਚਾਰ ਪਦਾਰਥ, ਤੇ ਫਿਰ ਸਾਧਾਂ ਕੋ ਮੰਗਣ ਦੀ ਕੀ ਲੋੜ ਪੈ ਗਈ? ਨਹੀਂ, ਜਿਹੜੇ ਚਾਰ ਪਦਾਰਥ ਲੈ ਕੇ ਆਇਆ ਉਹ ਹੋਰ ਨੇ, ਤੇ ਜਿਹੜੇ ਇੱਥੇ ਚਾਰ ਪਦਾਰਥ ਮਿਲਦੇ ਨੇ ਉਹ ਹੋਰ ਨੇ। ਜਿਹੜੇ ਚਾਰ ਪਦਾਰਥ ਲੈ ਕੇ ਆਇਆ ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਜਨਮ ਪਦਾਰਥ। ਇਹਦੇ ਨਾਲ ਦਾ ਕੋਈ ਦੁਨੀਆ 'ਤੇ ਹੈ ਪਦਾਰਥ? ਜਿਹੜੀ ਸਾਨੂੰ ਮਨੁੱਖਾ ਦੇਹੀ ਮਿਲੀ ਆ, ਇਹਦੇ ਮੁਕਾਬਲੇ 'ਤੇ ਹੈ ਕੋਈ ਦੁਨੀਆ ਦਾ ਪਦਾਰਥ? ਜਿੱਦਾਂ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਕਿ ਖਾਰ ਸਮੁੰਦਰ ਢੰਡੋਲੀਏ ਇੱਕ ਮਨੀਆਂ ਪਾਵੇ। ਕੋਈ ਸਮੁੰਦਰ ਨੂੰ ਖੋਜੇ, ਉੱਥੋਂ ਕੋਈ ਮਨੀ ਲੱਭ ਲਵੇ, ਕੋਈ ਮੋਤੀ ਲੱਭ ਲਵੇ, ਅਤੇ ਉਹ ਕਿਸ ਕੰਮ ਆਏਗਾ ਉਸਦੇ? ਖਾਰ ਸਮੁੰਦਰ ਢੰਡੋਲੀਏ ਇੱਕ ਮਨੀਆਂ ਪਾਵੇ, ਦੋਏ ਦਿਨ ਚਾਰ ਸੁਹਾਵਣਾ ਮਾਟੀ ਤੇ ਸਿਖਾਵੇ। ਉਹ ਓੜਕੋ ਮਿੱਟੀ ਤੋਂ ਬਣਿਆ ਅਤੇ ਮਿੱਟੀ ਹੋ ਜਾਣਾ ਉਹਨੇ ਦਾ। ਸਤਿਗੁਰ ਸਤ ਸੇਵੀਏ ਦੇ ਤੋਟ ਨਾ ਆਵੇ। ਤੇ ਮਰ ਕਹਿੰਦੀ ਚਾਰ ਪਦਾਰਥ ਲੈ ਜਗ ਜਨਮਿਆ। ਇਹ ਲੈ ਕੇ ਆਇਆ ਵਾ ਪਦਾਰਥ ਨਾਲ। ਉਹ ਕਿਹੜਾ? ਪਹਿਲਾ ਸੀ ਜਨਮ ਪਦਾਰਥ, ਮਿਲ ਗਿਆ ਸਾਨੂੰ। ਤੇ ਦੂਸਰਾ ਸੀ ਗਿਆਨ ਪਦਾਰਥ। ਜਨਮ ਸਾਡੇ ਕੋਲ ਰਹਿ ਗਿਆ, ਗਿਆਨ ਨਹੀਂ ਰਿਹਾ। ਤੇ ਜਿਹੜਾ ਜਨਮ ਪਦਾਰਥ ਸਾਡੇ ਕੋਲ ਵਾ, ਇਹਦੀ ਸਾਨੂੰ ਕੋਈ ਕੀਮਤ ਨਹੀਂ ਹੈ, ਇਹਦੀ ਸਾਡੇ ਕੋਲ ਕਦਰ ਨਹੀਂ ਹੈ। ਇਹ ਐਡਾ ਕੀਮਤੀ ਵਸਤੂ ਕੌਡੀਆਂ ਦੇ ਭਾਅ ਦੇ ਛੱਡੀ ਹੋਈ ਅਸੀਂ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਐਸੋ ਦੇਖਿਓ ਹੀਰਾ ਹਾਟ ਬਕਾਏ, ਬਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਜਿਸ ਜਨਮ ਪਦਾਰਥ ਦੀ ਕੋਈ ਕੀਮਤ ਨਹੀਂ ਦੇ ਸਕਦਾ, ਉਹ ਕੌਡੀਆਂ ਦੇ ਭਾਅ ਵੇਖਿਆ ਹੋਇਆ ਸੀ। ਬਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਅਸੀਂ ਇਸ ਜ਼ਿੰਦਗੀ ਨੂੰ ਰੋਲ ਦਿੱਤਾ, ਬਰਬਾਦ ਕਰ ਦਿੱਤਾ, ਇਸ ਦੀ ਕਦਰ ਨਹੀਂ ਜਾਣੀ। ਸਾਹਿਬ ਕਹਿੰਦੇ ਚਾਰ ਪਦਾਰਥ ਲੈ ਜਗ ਜਨਮਿਆ। ਇਹ ਤੇ ਲੈ ਕੇ ਆਇਆ ਵਾ ਜਨਮ ਪਦਾਰਥ, ਦੂਸਰਾ ਗਿਆਨ ਪਦਾਰਥ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੱਖਣੀ ਓਂਕਾਰ ਦੇ ਅੰਦਰ ਕਿ ਗਿਆਨ ਗਵਾਇਆ, ਉਹ ਇਹਨੇ ਗਵਾ ਲਿਆ ਵਾ। ਤੇ ਨਾਮ ਜਨਮ ਪਦਾਰਥ ਦੀ ਇਹਨੇ ਕੀਮਤ ਨਹੀਂ ਪਾਈ, ਕਦਰ ਨਹੀਂ ਕੀਤੀ। ਤੇ ਜਿਹੜਾ ਗਿਆਨ ਪਦਾਰਥ ਸੀ ਉਹ ਇਹਦੇ ਕੋਲ ਗਵਾਚ ਗਿਆ। ਇਹ ਰੱਬੀ ਗਿਆਨ ਲੈ ਕੇ ਆਇਆ ਵਾ। ਜਿੱਦਾਂ ਕਬੀਰ ਸਾਹਿਬ ਨੇ ਨਹੀਂ ਕਿਹਾ, ਕਬੀਰ ਜੈਸੀ ਉਪਜੀ ਪੇਂਡ ਤੇ। ਜਦੋਂ ਇਹ ਆਇਆ ਸੀ ਇਹਦੇ ਕੋਲ ਹੈ ਸੀ ਕੁਝ, ਉਹ ਗਵਾਚ ਗਿਆ ਮੁੜ ਕੇ।
ਜੋ ਤੈਸੀ ਨਿਭੇ ਓੜ, ਹੀਰਾ ਕਿਸਕਾ ਵਾਪਰਾ, ਪੁੱਜੇ ਨਾ ਰਤਨ ਕਰੋੜ। ਉਹ ਜਿਹੜਾ ਤੇਰੇ ਕੋਲ ਗਿਆਨ ਸੀ ਨਾ, ਉਹ ਗਵਾਚ ਗਿਆ। ਉਹ ਮਿੱਟੀ 'ਚ ਗਵਾਚਾ ਹੈ, ਉਹ ਰੇਤਾ 'ਚ ਗਵਾਚਾ ਹੈ, ਉਹ ਸਮੁੰਦਰ 'ਚ ਗਵਾਚਾ ਹੈ। ਉਹ ਕਿੱਥੇ ਗਵਾਚਾ ਹੈ ਗਿਆਨ? ਇਹ ਪੁੱਛੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਸਾਹਿਬ ਕਹਿੰਦੇ ਗਿਆਨ ਗਵਾਇਆ ਦੂਜਾ ਪਾਇਆ। ਇਹ ਦੁਨੀਆ ਦੇ ਭਿਆ ਭਰਾ ਮੋਹ ਵਿੱਚ ਇਹ ਗਿਆਨ ਗਵਾਚ ਗਿਆ ਹੈ। ਤਾਈਓ ਤੇ ਲੋਕੀ ਕਹਿੰਦੇ ਨਾਮ ਨਾਲ ਚਿੱਤ ਨਹੀਂ ਜੁੜਦਾ, ਬਾਣੀ ਦੀ ਸਮਝ ਨਹੀਂ ਆਉਂਦੀ, ਕਿਉਂ ਦੁਨੀਆ ਗਿਆਨ ਆਪਣਾ ਗਵਾ ਚੁੱਕੀ, ਆਪਣੀ ਸੁਰਤ ਨੂੰ ਗਵਾ ਚੁੱਕੀ ਦੁਨੀਆ। ਬੰਦਾ ਆਪਣੀ ਸੁਰਤ ਨੂੰ ਗਵਾ ਚੁੱਕਾ ਹੈ ਦੁਨੀਆ ਦੇ ਵਿੱਚ। ਸਾਹਿਬ ਕਹਿੰਦੇ ਗਿਆਨ ਗਵਾਇਆ, ਗਵਾਚ ਗਿਆ ਤੇਰੇ ਕੋਲ ਗਿਆਨ। ਕਿਉਂ ਗਵਾਚ ਗਿਆ? ਦੂਜਾ ਪਾਇਆ, ਤੈਨੂੰ ਮੋਹ ਪੈ ਗਿਆ ਸੰਸਾਰ ਨਾਲ। ਗਰਭ ਗਲੇ ਬਿਖ ਖਾਇਆ, ਤੂੰ ਗਿਆਨ ਨੂੰ ਛੱਡ ਕੇ ਹੁਣ ਜ਼ਹਿਰ ਨੂੰ ਖਾ ਰਹੇ ਹੈ। ਗਿਆਨ ਗਵਾਚ ਜੂ ਗਿਆ। ਤੇ ਜਦੋਂ ਗਿਆਨ ਗਵਾਚ ਜਾਵੇ, ਗੋਰਾ ਸਗੀਤ ਬਾਦ ਨਹੀਂ ਪਾਵੇ, ਸੁਣੀਏ ਗੈਰ ਗੰਭੀਰ ਗਵਾਇਆ। ਤੇ ਗੁਰੂ ਦੇ ਗੀਤ ਕਿੱਥੋਂ ਚੰਗੇ ਲੱਗਦੇ ਨੇ? ਜਦੋਂ ਅੰਦਰ ਦਾ ਗਿਆਨ ਗਵਾਚ ਜਾਵੇ ਨਾ, ਫਿਰ ਗੁਰੂ ਦੀ ਕਥਾ ਚੰਗੀ ਨਹੀਂ ਲੱਗਦੀ। ਸੁਣੀਏ ਗੈਰ ਗੰਭੀਰ ਗਵਾਇਆ, ਗੁਰਸ ਗੀਤ ਬਾਦ ਨਹੀਂ ਪਾਵੇ। ਵਿਚਾਰ ਕਰਨੀ ਚੰਗੀ ਨਹੀਂ ਲੱਗਦੀ, ਕਥਾ ਚੰਗੀ ਨਹੀਂ ਲੱਗਦੀ, ਕੀਰਤਨ ਚੰਗਾ ਨਹੀਂ ਲੱਗਦਾ। ਤੇ ਜਦੋਂ ਇਹ ਚੀਜ਼ਾਂ ਨਾ ਚੰਗੀਆਂ ਲੱਗਣ, ਸਮਝ ਲੈਣਾ ਗਿਆਨ ਗਵਾਚ ਚੁੱਕਾ ਹੈ ਸਾਡਾ। ਤਾਂ ਸੁਣੀਏ ਗੈਰ ਗੰਭੀਰ ਗਵਾਇਆ। ਉਹ ਗਿਆਨ ਸੀ, ਉਹਨੇ ਤੈਨੂੰ ਗੈਰ ਗੰਭੀਰ ਬਣਾਉਣਾ ਸੀ, ਉਹ ਤੂੰ ਗਵਾ ਚੁੱਕਾ ਹੈ। ਤੇ ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰ ਵਾਸ ਟਰੇ, ਵਾਸ ਕਰੇ ਧਰੇ। ਇਹ ਕਿਉਂ ਗਵਾਚ ਗਿਆ? ਮਹਾਰਾਜ ਕਹਿੰਦੇ ਇਹ ਮਾਇਆ ਦੇ ਪਿੱਛੇ ਲੱਗ ਚੁੱਕਾ ਹੈ। ਇਹਨੇ ਆਪਣੀ ਜ਼ਿੰਦਗੀ ਦਾ ਮਨੋਰਥ ਪੈਸਾ ਮੰਨਿਆ ਹੋਇਆ ਹੈ। ਇਹਨੇ ਆਪਣੀ ਜ਼ਿੰਦਗੀ ਦਾ ਮਨੋਰਥ ਦੁਨੀਆ ਰੱਖਿਆ ਹੋਇਆ ਵਾ। ਇਸ ਕਰਕੇ ਗਿਆਨ ਗਵਾਚ ਗਿਆ। ਪਹਿਲਾ ਸੀ ਜਨਮ ਪਦਾਰਥ, ਜਿਹੜਾ ਚਾਰ ਪਦਾਰਥ ਲੈ ਜਗ ਆਇਆ ਵਾ। ਦੂਸਰਾ ਸੀ ਗਿਆਨ, ਤੇ ਤੀਸਰਾ ਸੀ ਪ੍ਰੇਮ ਪਦਾਰਥ। ਇੱਕ ਨਾਮ ਪਦਾਰਥ ਵੀ ਹੁੰਦਾ ਹੈ। ਕਬੀਰ ਰਾਮ ਪਦਾਰਥ ਪਾਏ ਕੇ, ਕਬੀਰਾ ਗਾਂਠ ਨਾ ਖੋਲ। ਇਹਦੇ ਕੋਲ ਰੱਬ ਦਾ ਬੜਾ ਕੀਮਤੀ ਨਾਮ ਸੀ, ਉਹ ਵੱਡਾ ਕੀਮਤੀ ਸੀ। ਨਾਮ ਪਦਾਰਥ ਤੀਸਰਾ। ਪਹਿਲਾ ਜਨਮ ਪਦਾਰਥ ਜਿਹੜਾ ਸਾਨੂੰ ਮਿਲਿਆ ਹੈ, ਉਸ ਜਨਮ ਪਦਾਰਥ ਦੇ ਨਾਲ ਸਾਨੂੰ ਗਿਆਨ ਪਦਾਰਥ ਮਿਲਿਆ ਸੀ, ਉਹ ਗਵਾਚ ਗਿਆ। ਤੀਸਰਾ ਸੀ ਨਾਮ ਪਦਾਰਥ, ਉਹ ਵੀ ਸਾਡੇ ਕੋਲ ਨਹੀਂ ਰਿਹਾ। ਤੇ ਚੌਥਾ ਸੀ ਪ੍ਰੇਮ ਪਦਾਰਥ। ਬੱਚੇ ਕੋਲ ਕਿੰਨਾ ਪ੍ਰੇਮ ਹੁੰਦਾ ਹੈ। ਬੱਚੇ ਨੂੰ ਲੋਕੀ ਕਿਉਂ ਪ੍ਰੇਮ ਕਰਦੇ ਨੇ? ਉਹਦੇ ਕੋਲ ਪ੍ਰੇਮ ਵਾ। ਤੇ ਪ੍ਰੇਮ ਹੀ ਪ੍ਰੇਮ ਨੂੰ ਖਿੱਚਦਾ ਹੈ। ਨਫ਼ਰਤ ਨਫ਼ਰਤ ਨਾਲ ਟਕਰਾਉਂਦੀ ਹੈ। ਹਿਰਦੇ ਵਿੱਚ ਨਫ਼ਰਤ ਹੋਵੇ ਕਿਸੇ ਵਾਸਤੇ ਤੇ ਤੁਹਾਨੂੰ ਪਿਆਰ ਕਰੇਗਾ ਹੀ ਨਹੀਂ। ਹਿਰਦੇ 'ਚ ਨਫ਼ਰਤ ਵਾ। ਬੱਚੇ ਕੋ ਨਫ਼ਰਤ ਨਹੀਂ ਆ, ਪ੍ਰੇਮ ਪਦਾਰਥ ਵਾ ਉਹਦੇ ਕੋ। ਇਸ ਕਰਕੇ ਬੱਚੇ ਨੂੰ ਸਾਰੇ ਪਿਆਰ ਕਰਦੇ ਨੇ। ਤੇ ਜਿਉਂ-ਜਿਉਂ ਬੰਦਾ ਗਾਂਹ ਤੁਰਿਆ ਜਾਂਦਾ, ਇਹਦੇ ਕੋਲ ਇਹ ਵੀ ਪਦਾਰਥ ਗਵਾਚਦਾ ਜਾਂਦਾ ਹੈ। ਬੁੱਢੇ ਵਾਰੇ ਤੱਕ ਸਾਰਾ ਹੀ ਇਹਦਾ ਪ੍ਰੇਮ ਪਦਾਰਥ ਖਤਮ ਹੋ ਚੁੱਕਾ ਹੈ। ਈਰਖਾ ਨਾਲ ਭਰ ਚੁੱਕਾ ਹੈ। ਤਾਈਓ ਤੇ ਬੁੱਢੇ ਬਾਰੇ ਕੋਈ ਪਿਆਰ ਨਹੀਂ ਕਰਦਾ ਬੁੱਢਿਆਂ ਨੂੰ। ਤਾਈਓ ਤੇ ਬਿਰਧ ਆਸ਼ਰਮ ਬਣਾਉਣੇ ਪੈਂਦੇ ਨੇ। ਇਸ ਕਰਕੇ ਸਾਹਿਬ ਕਹਿੰਦੇ ਤੈਨੂੰ ਰੱਬ ਨੇ ਚਾਰ ਪਦਾਰਥ ਦੇ ਕੇ ਭੇਜਿਆ ਸੀ।
ਚਾਰ ਪਦਾਰਥ ਲੈ ਜਗ ਜਨਮਿਆ। ਕਿਉਂ ਨਹੀਂ ਰਹੇ ਕੋਲ? ਸਿਵ ਸਕਤੀ ਕਰ ਵਾਸ ਟਰੇ। ਤੂੰ ਤੇ ਸ਼ਿਵ ਦੀ ਬਣਾਈ ਹੋਈ ਮਾਇਆ ਨੂੰ ਮੂੰਹ ਕਰ ਬੈਠਾ ਹੈ। ਤੇ ਅਗਲੀ ਤੁਕ ਸੀ ਉਹਦੇ 'ਚ ਕਿ ਲਾਗੀ ਭੂਖ। ਕਿਸ ਦੀ ਭੂਖ ਲੱਗ ਗਈ ਆ? ਮਾਇਆ ਮਗ ਜੋਹੇ। ਇਹ ਤੇ ਮਾਇਆ ਦੇ ਰਾਹ ਤੇ ਤੁਰਿਆ ਹੋਇਆ ਵਾ। ਮੈਂ ਤਾਂ ਅੱਗੇ ਵੀ ਕਹਿ ਰਿਹਾ ਸੀ, ਪਹਿਲੋਂ ਲੋਕੀ ਕੀਰਤਨ ਕਰਦੇ ਸੀ ਆਪਣਾ ਆਨੰਦ ਲੈਣ ਵਾਸਤੇ, ਤੇ ਕੀਰਤਨ ਨੂੰ ਇੱਕ ਬੰਦਗੀ ਮੰਨਿਆ ਜਾਂਦਾ ਸੀ, ਕੀਰਤਨ ਨੂੰ ਇੱਕ ਭਗਤੀ ਮੰਨਿਆ ਜਾਂਦਾ ਸੀ। ਪਹਿਲੋਂ ਇਸ ਤਰ੍ਹਾਂ ਬੰਦਗੀ ਵਾਸਤੇ ਕਰਦੇ ਸੀ, ਗੁਰੂ ਨਾਲ ਜੁੜਨ ਵਾਸਤੇ ਕਰਦੇ ਸੀ। ਵੀ ਸਮਾਂ ਆਇਆ ਲੋਕੀ ਪੈਸੇ ਵਾਸਤੇ ਕੀਰਤਨ ਕਰਨ ਲੱਗ ਪਏ। ਇਹ ਧਰਮ ਧੰਦਾ ਬਣ ਗਿਆ ਹੈ। ਉਸ ਤੋਂ ਵੀ ਗਾਂਹ ਹੁਣ ਤੁਰ ਗਏ ਅਸੀਂ। ਹੁਣ ਸਾਡੀ ਕਥਾ ਕੀਰਤਨ ਕਾਹਦੇ ਵਾਸਤੇ ਹੁੰਦੀ ਆ? ਵਿਦੇਸ਼ ਵਿੱਚ ਜਾਣ ਵਾਸਤੇ। ਕਥਾ ਕੀਰਤਨ ਸਿੱਖ ਲਾਂਗੇ ਅਤੇ ਵਿਦੇਸ਼ ਦਾ ਕੋਈ ਵੀਜ਼ਾ ਲਵਾ ਲਾਂਗੇ। ਦੇਖੋ ਕਿੱਧਰ ਨੂੰ ਤੁਰ ਗਿਆ ਹੈ। ਸਾਹਿਬ ਕਹਿੰਦੇ ਲਾਗੀ ਭੂਖ। ਕਿਸ ਦੀ ਭੂਖ ਲੱਗੀ ਹੋਈ ਆ? ਸਾਚੇ ਨਾਮ ਕੀ ਭੂਖ ਨਹੀਂ ਹੈ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਏ ਚੱਲੀਏ ਦੁੱਖ। ਨਹੀਂ ਨਹੀਂ, ਲਾਗੀ ਭੂਖ ਮਾਇਆ ਮਗ ਜੋਹੇ। ਮਾਇਆ ਮਗ ਜੋ ਹੈ, ਮਾਇਆ ਵਿੱਚ ਮਗਨ ਹੋਇਆ ਤੇ ਮਾਇਆ ਹੀ ਵੇਂਦਾ ਹੈ। ਜਦੋਂ ਨਾ ਮੰਨੇ ਮੱਗ ਨਾ ਚੱਲੇ ਪੰਥ। ਜਿਹੜੇ ਰੱਬ ਦੇ ਨਾਮ ਨੂੰ ਮੰਨਦੇ ਨੇ ਉਹ ਮਾਇਆ ਵਿੱਚ ਮਗਨ ਨਹੀਂ ਹੁੰਦੇ, ਉਹ ਮਸਤੀ ਦੇ ਰਾਹ 'ਤੇ ਨਹੀਂ ਤੁਰਦੇ। ਇੱਥੇ ਸਾਹਿਬ ਕਹਿੰਦੇ ਲਾਗੀ ਭੂਖ ਮਾਇਆ ਮੱਗ। ਮਾਇਆ 'ਚ ਮਸਤ ਹੋਇਆ ਹੈ, ਅਤੇ ਜਦੋਂ ਮਸਤ ਹੋ ਗਿਆ ਤਾਂ ਫਿਰ ਮਾਇਆ ਹੀ ਦਿਖਦੀ ਇਸ ਨੂੰ। ਮਾਇਆ ਮਗ ਜੋਹੇ ਮੁਕਤ ਪਦਾਰਥ ਮੋਖਰੇ। ਤੇ ਮੁਕਤੀ ਦਾ ਪਦਾਰਥ ਇਹ ਗਵਾ ਚੁੱਕਾ ਹੈ। ਜਿਹੜਾ ਜਿਹਦੇ ਕੋਲ ਜਨਮ ਪਦਾਰਥ ਆ, ਇਹਦੀ ਇਹ ਕਦਰ ਨਹੀਂ ਕਰਦਾ ਕਿ ਇੱਕ ਸਵਾਸ ਕਿੰਨਾ ਅਮੋਲਕ ਹੈ। ਜਿਸ ਤਰ੍ਹਾਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨਾ ਕਿ ਹੀਰਾ ਲਾਲ ਅਮੋਲਕ ਹੈ ਭਾਰੀ। ਇਹ ਰੱਬ ਦਾ ਨਾਮ ਬੜਾ ਕੀਮਤੀ ਹੈ, ਪਰ ਬਿਨ ਗਾਹਕ ਇਹਦਾ ਗਾਹਕ ਕੋਈ ਨਹੀਂ ਹੈ। ਕੱਲ੍ਹ ਵੀ ਮੈਨੂੰ ਕੋਈ ਕਹਿ ਰਹੇ ਸੀ, ਬਾਬਾ ਜੀ ਤੁਸੀਂ ਇਹ ਲੋਕਾਂ ਨੂੰ ਇਸ ਪਾਸੇ ਲਾਇਆ ਕਰੋ ਰੱਬ ਦੇ ਨਾਮ ਨਾਲ। ਮੈਂ ਕਿਹਾ ਵਪਾਰੀ ਨਹੀਂ ਹੈ ਲੋਕੀ, ਇਹ ਸੌਦਾ ਮਹਿੰਗਾ ਬੜਾ ਵਾ, ਲੋਕੀ ਵਪਾਰ ਕਰਦੇ ਨਹੀਂ ਇਸ ਦਾ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ। ਇਹ ਸ਼ਹਿਰ ਹੀ ਨਹੀਂ ਗਾ, ਕਿੱਥੇ ਵੇਚੋਗੇ ਨਾਮ ਤੁਸੀਂ? ਇਹਦਾ ਗਾਹਕ ਹੀ ਕੋਈ ਨਹੀਂ ਹੈ। ਬਿਨ ਗਾਹਕ ਗੁਣ ਵੇਚੀਏ ਤਉ ਗੁਣ ਸਹਿਗੋ ਜਾਏ। ਨਹੀਂ ਪੱਟਣ ਨਹੀਂ ਪਾਰਖੂ। ਲੋਕੀ ਨਾਮ ਨੂੰ ਥੋੜ੍ਹਾ ਪਰਖਦੇ ਆ। ਨਾ ਨਾ, ਨਹੀਂ ਗਾਹਕ ਨਹੀਂ ਮੋਲ। ਅਤੇ ਜੇ ਕੋਈ ਗਾਹਕ ਹੈਗਾ ਮਾੜਾ ਮੋਟ ਨਾਮ ਦਾ, ਵਪਾਰੀ ਹੈ, ਅਤੇ ਜਿੰਨੀ ਕੀਮਤ ਅਦਾ ਕਰਨੀ ਪੈਂਦੀ ਉਹ ਕੀਮਤ ਨਹੀਂ ਦਿੰਦਾ। ਅੰਮ੍ਰਿਤ ਵੇਲਾ ਇਹਦੀ ਕੀਮਤ ਵਾ, ਉਹ ਦਿੰਦਾ ਹੀ ਨਹੀਂ ਗਾ, ਸੁੱਤਾ ਰਹਿੰਦਾ ਹੈ। ਸਾਧਾਂ ਦੀ ਸੰਗਤ ਇਹਦੀ ਕੀਮਤ ਵਾ, ਇਹ ਸਾਧਾਂ ਦੀ ਸੰਗਤ ਵਿੱਚ ਬਹਿੰਦਾ ਹੀ ਨਹੀਂ ਹੈ, ਸੰਗਤ ਵਿੱਚ ਬਹਿੰਦਾ ਹੀ ਨਹੀਂ ਗਾ, ਕੀਮਤ ਅਦਾ ਕਰਦਾ ਹੀ ਨਹੀਂ ਗਾ। ਜਿਹੜਾ ਕੀਮਤ ਨਾ ਦੇਵੇ ਉਹਨੂੰ ਸੌਦਾ ਨਹੀਂ ਮਿਲਦਾ। ਅਤੇ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਮੀਕਾ ਕਾਖਾ, ਕੋਈ ਹੀਰੇ ਦੇ ਇਵਜ ਵਜੋਂ ਕੋਈ ਕੱਖ ਦੇ ਦੇਵੇ, ਇਹ ਮਜ਼ਾਕ ਨਹੀਂ ਹੈ। ਇਹ ਕਹਿੰਦੇ ਜਿਹੜੀ ਇਹ ਇੰਗਲੈਂਡ ਦੀ ਰਾਣੀ, ਉਹਦੇ ਤਾਜ ਵਿੱਚ ਸਿੱਖਾਂ ਦਾ ਹੀਰਾ ਜੜਤ ਵਾ। ਅਤੇ ਸਿੱਖਾਂ ਨੇ ਲਿਆਂਦਾ ਕਿੱਥੋਂ ਸੀ? ਖੋਹ ਕੇ ਲਿਆਂਦਾ ਸੀ ਨਾ ਸਿੱਖਾਂ ਨੇ ਵੀ, ਅਤੇ ਅਗਲੇ ਖੋਹ ਕੇ ਲੈ ਗਏ ਨੇ। ਇਹ ਤਾਂ ਚੱਲਦਾ ਹੀ ਹੈ। ਸਾਡਾ ਥੋੜ੍ਹਾ ਸੀ, ਅਸੀਂ ਤਾਂ ਖੋਇਆ ਸੀ ਕਿਸੇ ਕੋਲ, ਅਤੇ ਉਹ ਸਾਡੇ ਕੋਲ ਖੋਹ ਕੇ ਲੈ ਗਏ। ਇਸ ਕਰਕੇ ਸਾਹਿਬ ਕਹਿੰਦੇ ਤੂੰ ਪਦਾਰਥ ਲੈ ਕੇ ਆਇਆ ਵਾਂ,
ਚਾਰ ਪਦਾਰਥ ਲੈ ਜਗ ਆਇਆ, ਸਿਵ ਲੈ ਜਗ ਜਨਮਿਆ, ਸਿਵ ਸ਼ਕਤੀ ਘਰ ਵਾਸ ਕਰੇ। ਤੂੰ ਉਸ ਰੱਬ ਦੇ ਰਾਹ ਨੂੰ ਛੱਡਦਾ ਤੇ ਤੇਰੇ ਕੋਈ ਤਿੰਨ ਪਦਾਰਥ ਤਾਂ ਖੁੱਸ ਗਏ ਨੇ, ਗਿਆਨ, ਨਾਮ ਤੇ ਪ੍ਰੇਮ। ਜਨਮ ਰਹਿ ਗਿਆ ਤੇਰੇ ਕੋਲ ਇੱਕ ਪਦਾਰਥ, ਉਹਦੀ ਤੂੰ ਕੀ ਕਦਰ ਨਹੀਂ ਕਰਦਾ। ਇਸ ਕਰਕੇ ਉਹ ਜਿਹੜਾ ਆਉਂਦਾ ਨਾ, ਚਾਰ ਪਦਾਰਥ ਜੇ ਕੋ ਮੰਗੇ, ਉਹਦੀ ਵਿਆਖਿਆ ਫੇਰ ਕਿਤੇ ਕਰਾਂਗੇ। ਇਹ ਬੰਦੇ ਦੇ ਆਪਣੇ ਕੋਲ ਸੀ, ਜਿਹਨੇ ਆਪਣੇ ਗਵਾ ਲਏ ਨੇ, ਹੁਣ ਸਾਧਾਂ ਕੋ ਜਾ ਕੇ ਕੀ ਲੈ ਲੂਗਾ ਫਿਰ ਇਹ। ਪਹਿਲੋਂ ਆਪਣਿਆਂ ਦੀ ਕਦਰ ਕਰੋ, ਫਿਰ ਬਾਹਰੋਂ ਵੀ ਮਿਲ ਜਾਣਗੇ, ਸਾਧਾਂ ਕੋ ਵੀ ਮਿਲ ਜਾਂਦੇ ਨੇ। ਸਾਹਿਬ ਕਿਰਪਾ ਕਰਨ, ਉਹਨਾਂ ਦੀ ਫਿਰ ਵਿਆਖਿਆ ਆਪਾਂ ਕਰਾਂਗੇ।